ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਜੋ ਆਪਾਂ ਵਿਚਾਰ ਸ਼ੁਰੂ ਕੀਤੀ ਹੈ, ਗੌੜੀ ਕੀ ਵਾਰ ਮਹੱਲੇ ਚੌਥੇ ਦੀ ਬਾਣੀ ਹੈ। ਅੱਜ ਆਪਾਂ ਵਿਚਾਰਾਂਗੇ ਸਤਿਗੁਰੂ ਜੀ ਜੋ ਉਪਦੇਸ਼ ਕਰਦੇ ਨੇ, ਕਿਉਂਕਿ 8 ਪੌੜੀਆਂ ਆਪਾਂ ਵਿਚਾਰ ਲਈਆਂ ਨੇ ਤੇ ਅੱਜ 9ਵੀਂ ਪੌੜੀ ਦੇ ਸ਼ਲੋਕ ਤੇ 9ਵੀਂ ਪੌੜੀ ਆਪਾਂ ਵਿਚਾਰਾਂਗੇ। ਸ਼ਲੋਕ ਮਹੱਲਾ ਚੌਥਾ, ਮਹੱਲੇ ਚੌਥੇ ਦਾ ਸ਼ਲੋਕ ਹੈ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਸਾਰੇ ਜੋ ਖੇਤ ਨੇ, ਖੇਤ ਤੋਂ ਭਾਵ ਹੈ ਸਰੀਰ, ਇਹ ਹਰੀ ਦੇ ਨੇ, ਪ੍ਰਭੂ ਦੇ ਨੇ। ਇੱਥੇ ਆਪ ਪ੍ਰਭੂ ਆਪਣੀ ਕਿਰਸਾਣੀ ਦੇ ਵਿੱਚ ਜੀਵ ਨੂੰ ਲਾਉਂਦਾ ਹੈ। ਹਿਰਦੇ ਰੂਪੀ ਖੇਤ ਦੇ ਵਿੱਚ ਇਹ ਨਾਮ ਦਾ ਬੀਜ ਬੀਜਣਾ ਹੈ। ਜਿਵੇਂ ਸੰਸਾਰ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ, ਤੇ ਇੱਥੇ ਨਾਮ ਦਾ ਬੀਜ ਬੀਜਿਆ ਜਾਂਦਾ ਹੈ। ਮਨ ਨੂੰ ਹਾਲੀ ਬਣਾਇਆ ਜਾਂਦਾ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਉ ਕਰਮ ਕਰ ਜਮਸੀ, ਸੇ ਕਰ ਭਾਗਠ ਦੇਖ। ਤੇ ਇੱਦਾਂ ਫਿਰ ਇਹ ਖੇਤ ਆਪ ਪ੍ਰਭੂ ਕਿਰਸਾਣੀ ਦੇ ਵਿੱਚ ਲਾਉਂਦਾ ਹੈ। ਗੁਰਮੁਖ ਬਖਸ਼ ਜਮਾਇਨ, ਮਨ ਮੁਖੀ ਮੂਲ ਗਵਾਇਆ। ਜਿਹੜੇ ਗੁਰਮੁਖ ਨੇ, ਗੁਰ ਦਾ ਗਿਆਨ ਲੈ ਕੇ ਨਾਮ ਰੂਪੀ ਬੀਜ ਬੀਜਦੇ ਨੇ ਹਿਰਦੇ ਵਿੱਚ, ਉਹਨਾਂ ਦਾ ਨੂੰ ਪਰਮੇਸ਼ਰ ਜਮਾ ਦਿੰਦਾ ਹੈ। ਜਿਹੜੇ ਮਨਮੁਖ ਨੇ, ਉਹ ਆਪਣਾ ਮੂਲ ਵੀ ਗਵਾ ਜਾਂਦੇ ਨੇ। ਉਹਨਾਂ ਦਾ ਬੀਜਿਆ ਉਗਦਾ ਨਹੀਂ ਹੈ, ਕਿਉਂਕਿ ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦੇ, ਹਿਰਦੇ ਦੇ ਵਿੱਚ ਨਾਮ ਦਾ ਬੀਜ ਨਹੀਂ ਉਗਦਾ, ਨਹੀਂ ਜੰਮਦਾ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਹਰ ਕੋਈ ਆਪਣੇ ਭਲੇ ਦੇ ਵਾਸਤੇ ਬੀਜਦਾ ਹੈ, ਪਰ ਜਿਹੜੇ ਸਤਿਗੁਰੂ ਨੂੰ ਪਾਉਂਦੇ ਨੇ, ਉਹਨਾਂ ਦੇ ਖੇਤ ਦੇ ਵਿੱਚ ਨਾਮ ਰੂਪੀ ਜੋ ਇਹ ਫਸਲ ਹੈ ਉਗਦੀ ਹੈ। ਨਾਮ ਰੂਪੀ ਬੂਟਾ ਜੰਮਦਾ ਹੈ, ਮਨਮੁੱਖਾਂ ਦੇ ਨਹੀਂ ਜੰਮਦਾ। ਜਿਵੇਂ ਆਪਾਂ ਸਾਰੇ ਲਾਹਾ ਲੈਣ ਦੇ ਵਾਸਤੇ ਫਸਲ ਬੀਜਦੇ ਹਾਂ, ਕਿਸੇ ਦੇ ਨਹੀਂ ਵੀ ਉਗਦੀ, ਨਹੀਂ ਵੀ ਜੰਮਦੀ, ਕਿਉਂਕਿ ਜੰਮਦੀ ਕਿਸ ਦੇ ਹੈ? ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਉਸ ਦੇ ਭਾਣੇ ਵਿੱਚ ਚੱਲਦੇ ਨੇ, ਜਾਂ ਜਿਨ੍ਹਾਂ ਨੂੰ ਪ੍ਰਭੂ ਪਾਉਂਦਾ, ਇਹ ਜਮਾਉਣੀ ਚਾਹੁੰਦਾ ਹੈ, ਉਹਨਾਂ ਨੂੰ ਜਮਾ ਦਿੰਦਾ ਹੈ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਗੁਰ ਦੀ ਸਿੱਖ ਲੈ ਕੇ ਹਰੀ ਦਾ ਇਹ ਜੋ ਅੰਮ੍ਰਿਤ ਬੀਜਿਆ ਜਾਂਦਾ ਹੈ, ਨਾਮ ਰੂਪੀ ਅੰਮ੍ਰਿਤ, ਤੇ ਜਿਸ ਨੂੰ ਫਲ ਵੀ ਨਾਮ ਦਾ ਲੱਗਦਾ ਹੈ। ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੇ ਮਾਰ ਕਢਾਇਆ। ਜਿਵੇਂ ਜਮ ਹੈ, ਇੱਥੇ ਚੂਹਾ ਹੈ। ਚੂਹਾ ਹੁੰਦਾ ਇੱਥੇ ਇਹ 5 ਨੇ, ਜਿਹੜੇ ਸਾਡੇ ਬੀਜੀ ਫਸਲ ਨੂੰ ਕੁਤਰਨਾ ਚਾਹੁੰਦੇ ਨੇ। ਜਿਵੇਂ ਸੰਸਾਰ ਦੇ ਵਿੱਚ ਫਸਲ ਨੂੰ ਚੂਹਾ ਕੁਤਰਦਾ ਹੈ, ਇੱਥੇ ਜਮ ਨੇ, ਜਿਨ੍ਹਾਂ ਨੂੰ ਪ੍ਰਭੂ ਆਪ ਮਾਰ ਦਿੰਦਾ ਹੈ, ਆਪ ਇੱਥੋਂ ਕੱਢ ਦਿੰਦਾ ਹੈ ਖੇਤ ਦੇ ਵਿੱਚੋਂ। ਕਿਰਸਾਣੀ ਜੰਮੀ ਭਉ ਕਰ, ਹਰ ਬੋਹਲ ਬਖਸ਼ ਜਮਾਇਆ। ਇੱਦਾਂ ਕਿਰਸਾਣੀ ਫਿਰ
ਫਸਲ ਉਗਦੀ ਹੈ, ਜੰਮਦੀ ਹੈ, ਫਲ ਪੈਂਦਾ ਹੈ, ਬੋਹਲ ਲੱਗਦਾ ਹੈ ਪ੍ਰਭੂ ਦੀ ਬਖਸ਼ਿਸ਼ ਦੇ ਨਾਲ। ਤਿੰਨ ਕਾ ਕਾੜਾਂ ਦੇ ਸਭ ਲਾਹੇ ਜਿਨੀ ਸਤਿਗੁਰ ਪੁਰਖ ਧਿਆਇਆ। ਜਿਹੜੇ ਫਿਰ ਸਤਿਗੁਰ ਪੁਰਖ ਨੂੰ ਧਿਆਉਂਦੇ ਨੇ, ਉਹਨਾਂ ਦੇ ਅੰਦਰੋਂ ਜੋ ਵੀ ਚਿੰਤਾ, ਚੋਰਾ, ਡਰ, ਉਹ ਸਾਰਾ ਪ੍ਰਭੂ ਖਤਮ ਕਰ ਦਿੰਦਾ ਹੈ। ਜਿਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਇੱਦਾਂ ਫਿਰ ਜਿਨ੍ਹਾਂ 'ਤੇ ਦਇਆ ਕਰਦਾ ਹੈ, ਉਹ ਨਾਮ ਨੂੰ ਅਰਾਧਦੇ ਨੇ। ਜਿਹੜੇ ਪ੍ਰਭੂ ਦੇ ਜਨ ਨੇ, ਆਪ ਵੀ ਤਰ ਜਾਂਦੇ ਨੇ। ਉਸ ਨਾਮ ਦੁਆਰਾ ਸਾਰੇ ਸੰਸਾਰ ਨੂੰ ਧਾਰ ਦਿੰਦੇ ਨੇ। ਜਿਵੇਂ ਕਿਸਾਨ ਹੈ, ਭੋਜਨ ਖੇਤ ਫਸਲ ਬੀਜਦਾ ਹੈ, ਖੇਤ ਫਸਲ ਹੁੰਦੀ ਹੈ, ਆਪ ਵੀ ਖਾਂਦਾ ਹੈ, ਸੰਸਾਰ ਵੀ ਖਾਂਦਾ ਹੈ। ਇੱਦਾਂ ਹੀ ਇੱਥੇ ਨਾਮ ਰੂਪੀ ਜਿਹੜਾ ਬੀਜ ਬੀਜਦਾ ਹੈ, ਜਿਨ੍ਹਾਂ 'ਤੇ ਪ੍ਰਭੂ ਜਮਾ ਦਿੰਦਾ ਹੈ, ਉਹ ਫਿਰ ਜੀਵ ਅਰਾਧਦਾ ਹੈ ਨਾਮ ਨੂੰ, ਆਪ ਵੀ ਤਰ ਜਾਂਦਾ ਹੈ, ਸੰਸਾਰ ਨੂੰ ਵੀ ਤਰ ਦਿੰਦਾ ਹੈ। ਅੱਗੇ ਫਿਰ ਮਹੱਲੇ ਚੌਥੇ ਦਾ ਸ਼ਬਦ ਹੈ, ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ। ਵੀ ਮਨਮੁਖ ਦੀਆਂ ਗੱਲਾਂ ਹੋਰ ਹੀ ਨੇ, ਲਾਲਚ ਦੇ ਵਿੱਚ ਫਸਿਆ ਰਹਿੰਦਾ ਹੈ ਸਾਰਾ ਦਿਨ ਹੀ। ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰ ਸਕਦਾ, ਨਾਮ ਦੀ ਗੱਲ ਨਹੀਂ ਕਰਦਾ। ਰਾਤੀ ਉੱਗੈ ਦੱਬਿਆ, ਨਵੈ ਸੋਤ ਸਭ ਢਿੱਲਾ। ਇੱਦਾਂ ਜਦੋਂ ਸੌਂਦਾ ਵੀ ਹੈ ਰਾਤ ਨੂੰ ਵੀ, ਉਦੋਂ ਵੀ ਉਸ ਨੂੰ ਫਿਰ ਇਹ ਮਾਇਆ ਹੀ ਦਿਸਦੀ ਹੈ। ਰਾਤ ਨੂੰ ਵੀ ਰਿਲੈਕਸ ਨਹੀਂ ਹੋ ਸਕਦਾ, ਰਾਤ ਨੂੰ ਵੀ ਇਸੇ ਦੇ ਵਿੱਚ ਹੀ ਮਨ ਚਲਿਆ ਫਿਰਦਾ ਹੈ, ਲਾਲਚ ਦੇ ਵਿੱਚ ਹੀ ਰਹਿੰਦਾ ਹੈ। ਮਨਮੁਖ ਦੇ ਸਿਰ ਜੋਰਾ ਅਮਰ ਹੈ, ਨਿਤ ਦੇਵੈ ਭਲਾ। ਮਨਮੁੱਖਾਂ ਦੇ ਸਿਰ 'ਤੇ ਜੋ ਔਰਤ ਹੈ, ਪਤਨੀ ਹੈ, ਉਹ ਭਾਰੂ ਹੁੰਦੀ ਹੈ। ਉਹ ਜੋ ਸਲਾਹ ਦਿੰਦੀ ਹੈ, ਉਹ ਜੀਵ ਫਿਰ ਕਰਦੇ ਨੇ। ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਆਮੇਦ ਖਲਾ। ਅਤੇ ਫਿਰ ਐਸੇ ਪੁਰਖ ਨੇ, ਉਹੀ ਭਲਾ ਲੱਗਦਾ ਜੋ ਉਹਨਾਂ ਨੂੰ ਪਤਨੀ ਕਹਿੰਦੀ ਹੈ। ਉਹਨਾਂ ਦਾ ਆਖਿਆ ਕਮਾਉਂਦੇ ਨੇ, ਅਤੇ ਐਸੇ ਜੀਵ ਨੂੰ ਮਾੜਾ ਸਮਝਾਉਂਦੇ ਨੇ, ਅਪਵਿੱਤ ਨੇ, ਮੂਰਖ ਨੇ, ਬੁੱਧੀ ਤੋਂ ਹੀਣੇ ਨੇ। ਕਾਮ ਵਿਆਪੇ ਕੁਸੁਧ ਨਰ, ਸੇ ਜੋਰਾ ਪੁਚਲਾ। ਉਹ ਜਿਹੜੇ ਕਾਮ ਦੇ ਵਿਆਪੇ ਹੋਏ, ਜਿਹੜੇ ਕੁਸੁਧ ਨਰ ਨੇ, ਜਿਨ੍ਹਾਂ ਨੂੰ ਸੋਝੀ ਨਹੀਂ, ਗਿਆਨ ਨਹੀਂ ਹੈ, ਉਹ ਪੁੱਛ ਕੇ ਚੱਲਦੇ ਨੇ ਜੋਰਾਂ ਨੂੰ, ਪਤਨੀ ਨੂੰ। ਸਤਿਗੁਰ ਕੇ ਆਖਿਆ ਜੋ ਚੱਲੈ, ਸੋ ਸਤ ਪੁਰਖ ਪਲ ਪਲਾ। ਪਰ ਜਿਹੜੇ ਸਤਿਗੁਰ ਦੇ ਆਖੇ ਚੱਲਦੇ ਨੇ, ਉਹ ਪੁਰਖ ਨੇ, ਭਲੇ ਨੇ, ਕਿਉਂਕਿ ਸਤਿਗੁਰ ਉਹਨਾਂ ਨੂੰ ਪਰਲੋਕ ਦੇ ਸੁੱਖਾਂ ਦਾ ਗਿਆਨ ਦਿੰਦਾ ਹੈ। ਸਤਿਗੁਰ ਉਹ ਮਤ ਦਿੰਦਾ ਹੈ ਜਿਹਦੇ ਨਾਲ ਲੋਕ ਅਤੇ ਪਰਲੋਕ ਦੋਨੋਂ ਸੁਖੀ ਨੇ ਹੋਣੇ ਨੇ। ਉਹ ਧਨ ਦਿੰਦਾ ਹੈ ਜੋ ਲੋਕ ਵਿੱਚ ਵੀ ਕੰਮ ਆਉਂਦਾ ਹੈ ਅਤੇ ਪਰਲੋਕ ਦੇ ਵਿੱਚ ਵੀ ਕੰਮ ਆਉਂਦਾ ਹੈ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖੇਲਾ। ਆਪ ਹੀ ਪ੍ਰਭੂ ਨੇ ਜੋਰਾ ਪਤੀ ਪਤਨੀ ਪੈਦਾ ਕੀਤੇ ਨੇ, ਅਤੇ ਆਪ ਹੀ ਆਪਣਾ ਇਹ ਖੇਲ ਸ਼ੁਰੂ ਕੀਤਾ ਹੈ, ਖੇਲ ਖਿਲਾਇਆ ਹੈ। ਲੇਕਿਨ ਸਾਡੀ ਪਰਖ ਹੁੰਦੀ ਹੈ ਕਿ ਕਿਹੜਾ ਸਤਿਗੁਰ ਦੇ ਆਖੇ ਚੱਲਦਾ ਹੈ ਅਤੇ ਕਿਹੜਾ ਆਪਣੇ ਸਤਿਗੁਰ ਨੂੰ ਛੱਡ ਕੇ ਫਿਰ ਮਨਮਤੀ ਆਪਣੀ ਮੱਤਾਂ ਦੁਆਰਾ ਜਾਂ ਆਪਣੇ ਪਰਿਵਾਰ ਦੀ ਮੱਤ ਦੁਆਰਾ ਚੱਲਦਾ ਹੈ। ਸਭ ਤੇਰੀ ਬਣਤ ਬਣਾਵਣੀ, ਨਾਨਕ ਪਲ ਪਲਾ। ਕਿਉਂਕਿ ਉਸ ਪ੍ਰਭੂ ਦੀ ਹੀ ਬਣਤ ਬਣਾਈ ਹੋਈ ਹੈ। ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਆਪਣੀ ਮੱਤ ਦੁਆਰਾ ਚਲਾ ਲੈਂਦਾ ਹੈ, ਅਤੇ ਦੂਜਿਆਂ ਨੂੰ ਆਪਣੀ ਮੱਤ ਤੋਂ ਵਾਂਝੇ ਰੱਖਦਾ ਹੈ। ਅੱਗੇ ਪੌੜੀ ਹੈ, ਤੂੰ ਬੇਪਰਵਾਹ ਅਥਾਹ ਹੈ ਅਤੁਲ,
ਕਿਉਂ ਤੁਲਿਆ ਕਿ हे ਪ੍ਰਭੂ ਤੂੰ ਬੇਪਰਵਾਹ ਹੈ, ਤੂੰ ਅਤੁਲ ਹੈ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਾਪਿਆ ਨਹੀਂ ਜਾ ਸਕਦਾ, ਤੇਰਾ ਥਾਂ ਨਹੀਂ ਪਾਇਆ ਜਾ ਸਕਦਾ। ਸੇ ਬੜ ਭਾਗੀ ਜੇ ਤੁਧ ਧਿਆਇਂਦੇ ਜਿਨ ਸਤਿਗੁਰ ਮਿਲੀਐ। ਹਾਂ, ਜਿਹੜੇ ਤੈਨੂੰ ਧਿਆਉਂਦੇ ਨੇ, ਕਿਉਂਕਿ ਤੈਨੂੰ ਧਿਆਇਆ ਜਾ ਸਕਦਾ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜੇ ਤੈਨੂੰ ਧਿਆਉਂਦੇ ਨੇ ਉਹ ਬੜ ਭਾਗੀ ਨੇ, ਕਿਉਂਕਿ ਉਹਨਾਂ ਨੂੰ ਸਤਿਗੁਰ ਮਿਲਿਆ ਹੈ। ਉਹ ਸਤਿਗੁਰ ਦੀ ਮੱਤ ਦੁਆਰਾ ਚੱਲਦੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਫਿਰ ਜੋ ਸਤਿਗੁਰ ਦੀ ਬਾਣੀ ਹੈ ਉਹ ਸੱਚ ਸਰੂਪ ਹੈ, ਕਿਉਂਕਿ ਉਸ ਦੇ ਬਚਨ ਜਿਹੜੇ ਨੇ ਉਹ ਨਿਰਮਲ ਨੇ। ਅਤੇ ਜਦੋਂ ਅਸੀਂ ਉੱਥੇ ਚੱਲਦੇ ਹਾਂ ਸਤਿਗੁਰ ਦਾ ਗਿਆਨ ਲੈ ਕੇ, ਫਿਰ ਸਾਡਾ ਮਨ ਵੀ ਪ੍ਰਕਾਸ਼ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਅਸੀਂ ਗੁਰ ਦਾ ਰੂਪ ਹੋ ਜਾਂਦੇ ਹਾਂ, ਕਿਉਂਕਿ ਮਨ ਪ੍ਰਕਾਸ਼ ਹੋ ਜਾਂਦਾ ਹੈ। ਅਤੇ ਫਿਰ ਗੁਰ ਦੀ ਬਾਣੀ ਸੁਣਦੇ ਹਾਂ, ਗੁਰ ਦੀ ਬਾਣੀ ਦਿੰਦੇ ਹਾਂ। ਉਸ ਨੂੰ ਗੁਰ ਬਾਣੀ, ਜੋ ਕਿ ਸਭ ਤੋਂ ਉੱਤਮ ਬਾਣੀ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਣੀ। ਜਿਨ੍ਹਾਂ ਦੇ ਹਿਰਦੇ ਸਮਾ ਜਾਂਦੀ ਹੈ, ਜਿਨ੍ਹਾਂ ਨੂੰ ਮਾਲਕ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਕਰਮ ਚਲਾਉਂਦਾ ਹੈ, ਉਹਨਾਂ ਦੇ ਹਿਰਦੇ 'ਚ ਇਹ ਸਮਾ ਜਾਂਦੀ ਹੈ। ਅਤੇ ਇਸ ਤਰੀਕੇ ਨਾਲ ਜਿਨ ਕੋ ਕਰਮ ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਹਰ ਰਹੋ, ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਫਿਰ ਇਹ ਸ਼ਬਦ, ਇਹ ਅੰਮ੍ਰਿਤ ਪੀਂਦਾ ਹੈ ਜੀਵ, ਹਰੀ ਦੇ ਰੰਗ ਦੇ ਵਿੱਚ ਰਹਿੰਦਾ ਹੈ। ਅਤੇ ਇਹ ਬਾਣੀ ਨੂੰ ਫਿਰ ਉੱਤਮ ਬਾਣੀ ਗਏ। ਇਹ ਬਾਣੀ ਆਪਾਂ ਗਾਉਣੀ ਹੈ। ਇਸ ਤੋਂ ਬਿਨਾਂ ਹੋਰ ਬਾਣੀ ਕੱਚੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ, ਕੱਚੀ ਆਖੋ ਖਾਣੀ। ਹਰ ਹਰ ਕਰੇ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਿਉਂਕਿ ਇਸ ਤੋਂ ਬਿਨਾਂ, ਸਤਿਗੁਰ ਤੋਂ ਬਿਨਾਂ, ਸਤਿਗੁਰ ਦੇ ਗਿਆਨ ਤੋਂ ਬਿਨਾਂ, ਜੋ ਆਪ ਪ੍ਰਭੂ ਦਾ ਦਿੱਤਾ ਬਚਨ ਹੈ, ਉਸ ਤੋਂ ਬਿਨਾਂ ਹੋਰ ਬਾਣੀ ਜਿਹੜੀ ਹੈ ਕੱਚੀ ਹੈ। ਸੁਣਨ ਵਾਲਾ ਵੀ ਕੱਚਾ, ਕਹਿਣ ਵਾਲਾ ਵੀ ਕੱਚਾ ਹੈ। ਸਤਿਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਸੇ ਕੁੜਿਆਰ ਕੂੜੇ ਚੜ੍ਹ ਪਰੀਏ। ਹੁਣ ਜੇ ਸਤਿਗੁਰ ਦੀ ਰੀਸ ਕਰਕੇ ਹੋਰ ਕੋਈ ਬੋਲਦਾ ਹੈ, ਝੂਠ ਬੋਲਦਾ ਹੈ। ਕੁੜਿਆਰ ਨੇ, ਝੂਠੇ ਨੇ, ਕਿਉਂਕਿ ਕੋਈ ਵੀ ਇਹ ਗਿਆਨ ਨਹੀਂ ਦੇ ਸਕਦਾ ਸਤਿਗੁਰ ਤੋਂ ਬਿਨਾਂ। ਸਤਿਗੁਰ ਆਪ ਜਿਸ 'ਤੇ ਦਇਆ ਕਰਦਾ ਹੈ, ਉਸ ਦੇ ਰਸਨਾ ਨੂੰ, ਮੁੱਖ ਨੂੰ ਵਰਤ ਕੇ, ਉਸ ਦੀ ਰਸਨਾ 'ਤੇ ਬੈਠ ਕੇ ਆਪਣਾ ਗਿਆਨ ਦਿੰਦਾ ਹੈ। ਜੇ ਕੋਈ ਹੋਰ ਉਸ ਦੀ ਰੀਸ ਕਰਦਾ ਹੈ, ਉਹ ਝੂਠ ਹੈ। ਇਸ ਕਰਕੇ ਅਖੀਰ ਉਹ ਝੂਠੇ ਹੀ ਚੜ੍ਹ ਪੈਂਦੇ ਨੇ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਚੱਖ ਮਰਦੇ ਘੜੀਏ। ਅਤੇ ਉਹਨਾਂ ਦੇ ਅੰਦਰ ਕੁਛ ਹੋਰ ਹੁੰਦਾ, ਮੁੱਖੋਂ ਕੁਛ ਹੋਰ ਕਹਿੰਦੇ ਨੇ। ਕਿਸ ਵਾਸਤੇ ਕਰਦੇ ਨੇ? ਉਹ ਮਾਇਆ ਦੇ ਵਾਸਤੇ। ਉਹਨਾਂ ਦਾ ਅਸਲੀ ਮਨੋਰਥ ਕੀ ਹੁੰਦਾ ਹੈ? ਮਾਇਆ ਲੈਣੀ। ਇਸ ਕਰਕੇ ਐਸੇ ਜੀਵ ਚੜ੍ਹ ਜਾਂਦੇ ਨੇ, ਕਿਉਂਕਿ ਝੂਠੇ ਨੇ। ਪ੍ਰਭੂ ਦੇ ਦਰ 'ਤੇ ਸਿਰਫ ਸਚਿਆਰ ਹੀ ਉਸ ਪ੍ਰਭੂ ਦੇ ਦਰ 'ਤੇ ਟਿਕਦੇ ਨੇ। ਕੂੜੇ ਉੱਥੇ ਨਹੀਂ ਟਿਕ ਸਕਦੇ। ਆਓ ਅਗਲਾ ਸ਼ਲੋਕ ਮਹੱਲਾ ਪੰਜਵਾਂ। ਸ਼ਲੋਕ ਹੈ ਸ਼ਲੋਕ ਮਹੱਲਾ ਚੌਥਾ, ਮਹੱਲੇ ਚੌਥੇ ਦਾ ਸ਼ਲੋਕ ਹੈ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਸਤਿਗੁਰ ਦੀ ਜਿਹੜੀ ਸੇਵਾ ਹੈ ਇਹ ਨਿਰਮਲੀ ਹੈ। ਜੇ ਕੋਈ ਨਿਰਮਲ ਜਨ ਹੋਏਗਾ ਫਿਰ ਇਹ ਸੇਵਾ ਕਰ ਲੇਗਾ, ਕਿਉਂਕਿ ਹਰ ਕੋਈ ਸਤਿਗੁਰ ਦਾ ਗਿਆਨ ਨਹੀਂ ਦੇ ਸਕਦਾ, ਸਤਿਗੁਰ ਦੀ ਵਿਚਾਰ ਨਹੀਂ ਕਰ ਸਕਦਾ, ਜਾਂ ਸਤਿਗੁਰ ਹਰ ਇੱਕ ਦੀ ਰਸਨਾ 'ਤੇ ਨਹੀਂ ਬੋਲਦਾ, ਕਿਉਂਕਿ ਜਦ ਤੱਕ ਮਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਇਹ ਬਖਸ਼ਿਸ਼ ਨਹੀਂ ਕਰਦਾ। ਸਿਰਫ ਉਹੀ ਉਹਦੀ ਸੇਵਾ ਕਰਦਾ ਹੈ ਜਿਹਦਾ ਮਨ
ਨਿਰਮਲ ਹੁੰਦਾ ਹੈ। ਜਿਨ ਅੰਦਰ ਕਪਟ ਵਿਕਾਰ ਝੂਠ ਹੋਏ ਆਪੇ ਸੱਚੈ ਵਖ ਕੱਢੇ ਜਜਮਾਲੇ। ਜਿਨ੍ਹਾਂ ਦੇ ਅੰਦਰ ਕਪਟ ਹੈ, ਵਿਕਾਰ ਹੈ, ਝੂਠ ਹੈ, ਉਹ ਪ੍ਰਭੂ ਉਹਨਾਂ ਨੂੰ ਆਪ ਹੀ ਆਪਣੇ ਦਰਗਾਹ 'ਚੋਂ ਕੱਢ ਦਿੰਦਾ ਹੈ। ਉਹਨਾਂ ਨੂੰ ਦਰਗਾਹ ਦੇ ਵਿੱਚ ਵਸਣ ਨਹੀਂ ਦਿੰਦਾ। ਸਚਿਆਰ ਸਿੱਖ ਬੈ ਸਤਿਗੁਰ ਪਾਸ ਕਾਲਣ। ਜਿਹੜੇ ਸਚਿਆਰ ਸਿੱਖ ਨੇ ਉਹ ਸਤਿਗੁਰ ਦੇ ਪਾਸ ਬੈਠ ਕੇ ਉਹ ਕਾਲਨਾ ਕਾਲਦੇ ਨੇ ਜੋ ਸਤਿਗੁਰ ਕਹਿੰਦਾ ਹੈ। ਕੁੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ। ਜਿਹੜੇ ਝੂਠੇ ਨੇ ਉਹ ਪਾਲੇ ਵੀ ਨਹੀਂ ਲੱਭਣੇ, ਕਿਉਂਕਿ ਉਹਨਾਂ ਦਾ ਉਹ ਉੱਥੇ ਨਹੀਂ ਟਿਕ ਸਕਦੇ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ। ਤੇ ਸਮਝਾਉਂਦੇ ਨੇ ਵੀ ਜਿਨ੍ਹਾਂ ਨੂੰ ਸਤਿਗੁਰ ਦਾ ਆਖਿਆ ਸੌਂਦਾ ਨਹੀਂ ਹੈ, ਪਾਉਂਦਾ ਨਹੀਂ ਹੈ, ਸੁਖਾਉਂਦਾ ਨਹੀਂ ਹੈ, ਚੰਗਾ ਨਹੀਂ ਲੱਗਦਾ, ਤਿਨਾਂ ਮੂੰਹ ਭਲੇਰੇ ਫਿਰੇ ਦੇ ਗਾਲੇ। ਉਹਨਾਂ ਦੇ ਮੂੰਹ ਭਲੇਰੇ, ਉਹਨਾਂ ਨੂੰ ਆਪ ਪ੍ਰਭੂ ਭੁਲਾ ਦਿੰਦਾ ਹੈ। ਉਹਨਾਂ ਨੂੰ ਹੋਰ ਪਾਸੇ ਭਟਕਣ ਦੇ ਵਿੱਚ ਪਾ ਕੇ ਹੀ ਜੀਵਨ ਗਾਲ ਦਿੰਦਾ ਹੈ। ਜੀਵਨ ਉਹਨਾਂ ਦਾ ਭਟਕਣਾ ਵਿੱਚ ਪਾ ਕੇ ਹੀ ਵਿਅਰਥ ਗਵਾ ਦਿੰਦਾ ਹੈ। ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਖਿਚਰਕ ਵਿਰਾਇਨ ਮਨਮੁਖ ਬੇਤਾਲੇ। ਤੇ ਸਤਿਗੁਰ ਸਮਝਾਉਂਦੇ ਨੇ ਵੀ ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ ਹਰੀ ਦੀ, ਉਹਨਾਂ ਦੇ ਅੰਦਰ ਵੈਰਾਈਆਂ ਹੀ ਨੇ, ਉਹ ਮਨਮੁਖ ਨੇ, ਉਹ ਬੇਤਾਲੇ ਨੇ। ਉਹ ਜੀਵ ਪ੍ਰਭੂ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਨਹੀਂ ਹੈ ਉਹ ਕਦੇ ਵੀ ਪ੍ਰਭੂ ਦੇ ਮਾਰਗ 'ਤੇ ਨਹੀਂ ਚੱਲ ਸਕਦੇ, ਸਤਿਗੁਰ ਦੇ ਮਾਰਗ 'ਤੇ ਨਹੀਂ ਚੱਲਦੇ, ਕਿਉਂਕਿ ਮਨਮੁਖ ਨੇ, ਬੇਤਾਲੇ ਨੇ, ਉਹਨਾਂ ਦੇ ਅੰਦਰ ਬੁਰਾਈਆਂ ਨੇ। ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਂ ਰੱਖੇ, ਉਹ ਆਪ ਵਰਤੈ ਆਪਣੀ ਵਤ ਨਾਲੇ। ਜੋ ਸਤਿਗੁਰ ਨੂੰ ਮਿਲਦਾ ਹੈ ਉਹ ਆਪਣਾ ਮਨ ਫਿਰ ਉਸ ਥਾਂ 'ਤੇ ਟਿਕਾਉਂਦਾ ਹੈ ਜਿੱਥੇ ਪ੍ਰਭੂ ਵਸਦਾ ਹੈ। ਦਰਗਾਹ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਉਹ ਆ ਵਰਤੈ ਆਪਣੀ ਵਤ ਨਾਲੇ। ਜਿੱਥੇ ਆ ਵਰਤਦਾ ਹੈ ਉੱਥੇ ਹੀ ਉਸ ਦੀ ਵਸਤੂ ਹੈ, ਨਾਮ ਹੈ, ਕਿਉਂਕਿ ਉੱਥੇ ਵਾਸਾ ਹੋ ਜਾਂਦਾ ਹੈ ਜਿੱਥੇ ਨਾਮ ਦਾ ਖਜ਼ਾਨਾ ਹੈ, ਜਿੱਥੇ ਪ੍ਰਭੂ ਦਾ ਵਾਸਾ ਹੈ। ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵਖ ਕੱਢੈ ਠਗਵਾਲੇ। ਤੇ ਸਤਿਗੁਰ ਸਮਝਾਉਂਦੇ ਨੇ ਕਿ ਇੱਕ ਨਾ ਨੂੰ ਤਾਂ ਆਪ ਗੁਰ ਦੇ ਕੇ ਮਿਲਾ ਲੈਂਦਾ ਹੈ ਅਤੇ ਸੁਖ ਦਿੰਦਾ ਹੈ, ਅਤੇ ਇੱਕ ਨਾ ਨੂੰ ਜੋ ਠੱਗ ਨੇ, ਜੋ ਕੂੜ ਕਪਟ ਕਰਦੇ ਨੇ, ਜਿਨ੍ਹਾਂ ਦੇ ਅੰਦਰ ਕਪਟ ਹੈ, ਝੂਠੇ ਨੇ, ਉਹਨਾਂ ਨੂੰ ਆਪ ਹੀ ਆਪਣੇ ਤੋਂ ਵੱਖ ਰੱਖਦਾ ਹੈ, ਕਿਉਂਕਿ ਆਪਣੇ ਨਾਲ ਨਹੀਂ ਜੋੜਦਾ। ਉਹਨਾਂ ਦੇ ਅੰਦਰ ਉਹਨਾਂ ਦਾ ਭਰਮ ਖਤਮ ਨਹੀਂ ਹੁੰਦਾ। ਅੱਗੇ ਫਿਰ ਮਹੱਲੇ ਚੌਥੇ ਦਾ ਸ਼ਬਦ ਹੈ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨ ਕੇ ਕਾਜ ਦੇ ਆਦੇ ਰਾਸ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਉਹਨਾਂ ਦੇ ਕਾਰਜ ਆਪ ਪ੍ਰਭੂ ਰਾਸ ਕਰ ਦਿੰਦਾ ਹੈ। ਤਿਨ ਚੂਕੀ ਮੁਹਤਾਜੀ ਲੋਕਨ ਕੀ ਪ੍ਰਭ ਹਰ ਪ੍ਰਭ ਅੰਗ ਕਰੀ ਕਰ ਬੈਠਾ ਪਾਸ। ਉਹਨਾਂ ਦੇ ਅੰਦਰੋਂ ਜਿਹੜੀ ਮੁਹਤਾਜੀ ਹੈ ਕਿਸੇ ਦੀ, ਉਹ ਕੱਢ ਦਿੰਦਾ ਹੈ, ਕਿਉਂਕਿ ਉਹ ਕਿਸੇ ਦੇ ਮੁਹਤਾਜ ਨਹੀਂ ਰਹਿੰਦੇ। ਪ੍ਰਭੂ ਕੋ ਸਿਮਰੈ ਸੇਬੇ ਮੁਹਤਾਜੇ, ਪ੍ਰਭੂ ਕੋ ਸਿਮਰੈ ਸੇ ਸਰਬ ਕੇ ਰਾਜੇ। ਇਸ ਕਰਕੇ ਕਿਉਂਕਿ ਆਪ ਪ੍ਰਭੂ ਉਹਨਾਂ ਦਾ ਅੰਗ ਸੰਗ ਹੋ ਜਾਂਦਾ ਹੈ, ਆਪਣੇ ਪਾਸ ਬਿਠਾ ਲੈਂਦਾ ਹੈ, ਉਹਨਾਂ ਦੀ ਫਿਰ ਲੋਕਾਂ ਦੀ ਮੁਹਤਾਜੀ ਖਤਮ ਕਰ ਦਿੰਦਾ ਹੈ। ਜਾ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੈ ਸ਼ਾਬਾਸ। ਜਦੋਂ ਆਪ ਕਰਤਾ ਪੁਰਖ ਹੀ ਵੱਲ ਹੋ ਗਿਆ ਫਿਰ ਤਾਂ ਸਭ ਕੁਛ ਉਸ ਦੇ ਵੱਲ ਹੈ। ਇਸ ਕਰਕੇ ਫਿਰ ਐਸੇ ਜੀਵ ਆਉਂਦੇ ਨੇ, ਗੁਰ ਦਾ ਗਿਆਨ ਲੈਂਦੇ ਨੇ, ਦਰਸ਼ਨ ਕਰਦੇ ਨੇ, ਦਰਸ਼ਨ ਕੋਈ ਸਰੀਰ ਦੇ ਨਹੀਂ ਗਿਆਨ ਦੇ, ਅਤੇ ਫਿਰ ਸ਼ਾਬਾਸ਼ ਕਰਦੇ ਨੇ।
शाह पातशाह सब हर का किया, सब जन को आए करे रैदास। जो भी शाह पातशाह कोई भी है, क्योंकि वो हरि दा ही बनाया होया है। इस करके आके सारे ही ये ज्ञान सुनते ने। रह रस की हुंदी है कि प्रभु दी विचार सुननी, प्रभु दी विचार करनी। वो लोग भी आके ये ज्ञान लेंदे ने, विचार करते ने। गुर पूरे की वड्डी वडियाई, हर वड्डा सेव अतुल सुख पाया। पूरे गुर दी वडियाई भी वड्डी है, हरि अतुल है। उसकी सेवा करके सुख भी अतुल ही प्राप्त होता है। गुर पूरा दान दिया हर निश्चल, नित बख्शे चढ़े सवाया। गुर ने, पूरे गुर ने वो दान दिता है जिहड़ा निश्चल दान है, जिहड़ा अखुट खजाना है, जिहड़ा कि ज्यों ज्यों खावांगे खर्चांगे वधदा जांदा है। नित देवै नित बख्शे चढ़े सवाया। सवाया होंदा है, वधदा जांदा है, रोज ही वधदा है खजाना। कोई निंदक दे वडियाई देख ना सके, सो करते आप पचाया। कोई निंदक होवे जिहड़ा ये वडियाई नहीं देख सकता, आ प्रभु ऐसे जीवां नूं भी पचा दिंदा है, ऐसे जीवां नूं गल दिंदा है। जन नानक गुण बोलै करते के, भगतां नूं सदा रखदा आया। ते सतगुर समझाउंदे ने कि जो हरि दे जन ने, ਉਹ ਜਨ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਬੋਲਦੇ ਨੇ, ਗੁਣਾਂ ਦਾ ਗਿਆਨ ਦਿੰਦੇ ਨੇ, ਅਤੇ ਆਪ ਪ੍ਰਭੂ ਯੁਗਾਂ ਤੋਂ ਉਹਨਾਂ ਦੀ ਰੱਖਦਾ ਆਇਆ ਹੈ। ਕਿਉਂਕਿ ਪ੍ਰਭੂ ਆਪਣੇ ਭਗਤਾਂ ਦੀ ਅੱਜ ਤੋਂ ਨਹੀਂ, ਯੁਗਾਂ ਤੋਂ। ਆਪਾਂ ਰੋਜ਼ ਰਹਿਰਾਸ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਕਿਵੇਂ ਉਸ ਪ੍ਰਭੂ ਨੇ हर जुग जुग भगत उपाया, पैज रखदा आया। राम राजे हरनाक्ष दुष्ट हर मारिया, प्रहलाद तराया। अहंकारियां निंदकां पिठ दे, नाम दिओ मुख लाया। जन नानक ऐसा हर सेविया, अंत लए छड़ाया। ऐसे हरि की सेवा दे नाल अंत समय छड़ा लैंदा है। सतगुर समझाउंदे ने कि असीं भी ऐसे हरि की सेवा करते हाँ। अगे पौड़ी है, तू साहब अगम दयाल है, बड़ दाता दाना। साहब है, अगम है, दयालु है, बड़ा दाता है। क्योंकि दाता एक ही है, प्रभु ही दाता है, दूजा दाता नहीं है। दुद्धा दाता एक है, सबको देवनहार। जगत भिखारी फिरता है, सबको दाता राम। तुद जेबड़ मैं होर को दिस ना बई, तू है सुगड़ मेरे मन पाना। तेरे वर्गा होर मैनू नहीं कोई दिसदा, जिहड़े जान लेंदे ने। क्योंकि तू सुगड़ है, तू सियाणा है, तू बेअंत है, तू ही मेरे मन नू पाउंदा है। मोह कुटुंब दिस आपदा, सब चलन हारा आ बन जाना। जो परिवार है, जो भी है जिस दे नाल असीं मोह करदे हाँ, वो सब कुछ ਚੱਲਣਹਾਰ है। इस करके तेरे वर्गा दूजा कोई नज़र नहीं आउंदा। इस करके तू ही मैनू पाउंदा है। जो बिन सच्चे होत चित लाएंदे, से कुड़ियार कूड़ा तिन माना। ते ਜਿਹੜੇ ਉਸ ਪ੍ਰਭੂ ਤੋਂ ਬਿਨਾਂ ਹੋਰ ਪਾਸੇ ਚਿੱਤ ਜੋੜਦੇ ਨੇ, ਤੇ ਉਹ ਝੂਠੇ ਨੇ, ਤੇ ਉਹਨਾਂ ਦਾ ਮਾਣ ਵੀ ਝੂਠ ਦਾ ਮਾਣ ਹੈ। ਕਿਉਂਕਿ ਸੱਚ ਦਾ ਮਾਣ ਨਹੀਂ ਹੈ, ਸੱਚ ਪਰਮੇਸ਼ਰ ਹੈ। ਉਸ ਤੋਂ ਬਿਨਾਂ ਜੇ ਹੋਰ ਚਿੱਤ ਲਾਉਂਦੇ ਨੇ, ਕੂੜ ਦੇ ਨਾਲ ਚਿੱਤ ਲਾਉਂਦੇ ਨੇ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ ਕਿ ਭਾਈ ਸੱਚ ਨੂੰ ਧਿਆ, ਤੂੰ ਤਾਂ ਸੱਚ ਨੂੰ ਧਿਆ। ਕਿਉਂਕਿ ਉਸ ਤੋਂ ਬਿਨਾਂ ਅਣਜਾਣ ਲੋਕ ਪਚ ਪਚ ਕੇ ਮਰ ਜਾਂਦੇ ਨੇ। ਪ੍ਰਭੂ ਤੋਂ ਆਪਣੇ ਜੀਵਨ ਦਾ ਨੂੰ ਗਵਾ ਕੇ ਚਲੇ ਜਾਂਦੇ ਨੇ। ਆਪਣੇ ਜੀਵਨ ਦੇ ਮਨੋਰਥ ਨੂੰ पूरा नहीं कर सकते जब तक असी नाम नू नहीं ध्याउंदे, सच नू नहीं ध्याउंदे। अगे फिर श्लोक महला चौथा है। महले चौथे का श्लोक।
ਅੱਗੋਂ ਦੇ ਸਤ ਪਵਨਾ ਦਿਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਹੁਣ ਜਦੋਂ ਗਿਆਨ ਦਿੰਦੇ ਨੇ ਜੀਵ, ਜਦੋਂ ਸੰਤ ਜਨ ਸਾਧੂ ਜਨ ਗੁਰ ਦਾ ਗਿਆਨ ਦਿੰਦੇ ਨੇ, ਜੇ ਉਦੋਂ ਉਹ ਜੀਵ ਉਸ ਨਾਲ ਪਿਆਰ ਨਹੀਂ ਕਰਦਾ, ਉਸ ਤੋਂ ਸੁਣ ਕੇ ਮੰਨ ਕੇ ਭਾਵ ਨਹੀਂ ਕਰਦਾ, ਫਿਰ ਪਿੱਛੇ ਜਿੰਨਾ ਮਰਜ਼ੀ ਆਖੀ ਜਾਵੇ ਕੰਮ ਨਹੀਂ ਆਉਣਾ। ਕਿਉਂਕਿ ਜਦੋਂ ਗੁਰ ਦਾ ਗਿਆਨ ਲੈਂਦੇ ਹਾਂ, ਆਪ ਸਤਿਗੁਰ ਆਪਣੇ ਜਨਾਂ ਦੀ ਰਸਨਾ ਤੋਂ ਦਿੰਦਾ ਹੈ, ਉਦੋਂ ਸਾਨੂੰ ਸੁਣ ਕੇ ਮੰਨ ਕੇ ਭਾਵ ਕਰਨਾ ਚਾਹੀਦਾ ਹੈ। ਜਿਹੜੇ ਸੁਣ ਕੇ ਮੰਨ ਕੇ ਭਾਵ ਕਰਦੇ ਨੇ ਅਤੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਰ ਜੇ ਉਦੋਂ ਭਾਵ ਨਹੀਂ ਕਰਦੇ, ਉਦੋਂ ਸੁਣ ਕੇ ਮੰਨ ਕੇ ਛੱਡ ਦਿੰਦੇ ਨੇ, ਫਿਰ ਬਾਅਦ ਦੇ ਵਿੱਚ ਜਿੰਨਾ ਮਰਜ਼ੀ ਕਰੀ ਜਾਣ, ਫਿਰ ਉਹਨਾਂ ਦਾ ਕੰਮ ਨਹੀਂ ਆਉਂਦਾ। ਅੱਧ ਵਿੱਚ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਫਿਰ ਉਹ ਫਸ ਜਾਂਦਾ ਹੈ, ਨਾ ਉੱਧਰ ਦਾ ਨਾ ਉੱਧਰ ਦਾ। ਗੱਲਾਂ ਤਾਂ ਬਹੁਤ ਕਰਦਾ ਹੈ, ਪਰ ਸੁਖ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਸੁਖ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਜਿਹੜੇ ਸੁਣ ਕੇ ਮੰਨ ਕੇ ਭਾਵ ਕਰਦੇ ਨੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ। ਜਿਨ੍ਹਾਂ ਦੇ ਅੰਦਰ ਸਤਿਗੁਰ ਦੀ ਪ੍ਰੀਤ ਨਹੀਂ ਹੈ, ਉਹ ਚਾਹੇ ਆਉਂਦਾ ਵੀ ਹੈ ਜਾਂਦਾ ਵੀ ਹੈ, ਕੂੜ ਹੈ, ਕੂੜੀ ਆਵੈ ਕੂੜੀ ਜਾਵੇ। ਕਿਉਂਕਿ ਗਿਆਨ ਸੰਗਤ ਦੇ ਵਿੱਚ ਕਿਹਦਾ ਲੈਣਾ ਹੈ? ਸਤਿਗੁਰ ਦਾ। ਸੁਣ ਕੇ ਮੰਨ ਕੇ ਭਾਵ ਕਰਨਾ ਹੈ। ਜੇ ਨਹੀਂ ਪ੍ਰੀਤ ਕਰਦੇ ਤਾਂ ਫਿਰ ਚਾਹੇ ਰੋਜ਼ ਆਈ ਜਾਈਏ, ਕੂੜ ਦੇ ਨਾਲ ਹੀ ਜੁੜੇ ਹਾਂ, ਸੱਚ ਦਾ ਗਿਆਨ ਨਹੀਂ ਹੁੰਦਾ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਸਤਿਗੁਰ ਪਾਰ ਬ੍ਰਹਮ ਨਦਰੀ ਆਵੈ। ਜੇ ਪ੍ਰਭੂ ਕਿਰਪਾ ਕਰ ਦੇਵੇ, ਜਿਨ੍ਹਾਂ ਨੂੰ ਸੁਣਾ ਕੇ ਮਨਾ ਲਵੇ, ਅਤੇ ਉਹਨਾਂ ਨੂੰ ਫਿਰ ਆਪ ਪਰਮੇਸ਼ਰ ਪਾਰ ਬ੍ਰਹਮ ਉਹਨਾਂ ਨੂੰ ਨਦਰੀ ਆਉਂਦਾ ਹੈ। ਤਾਂ ਆਪੇ ਉਹ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੇ। ਉਹ ਜਿਹਨਾਂ ਨਦਰ ਆਉਂਦਾ ਹੈ, ਉਹ ਫਿਰ ਪ੍ਰਭੂ ਦੇ ਸ਼ਬਦ ਦਾ, ਜੋ ਗੁਣ ਦੇ ਗਿਆਨ ਦਾ ਰਸ ਪੀਂਦੇ ਨੇ, ਅੰਮ੍ਰਿਤ ਪੀਂਦੇ ਨੇ, ਅਤੇ ਉਹਨਾਂ ਦਾ ਕਾੜਾ ਅੰਦੇਸਾ, ਚਿੰਤਾ, ਵਹਿਮ ਭਰਮ ਸਭ ਖਤਮ ਹੋ ਜਾਂਦਾ ਹੈ, ਭਰਮ ਦੂਰ ਹੋ ਜਾਂਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਜਿਨ ਨਾਨਕ ਅਣ ਦਿਨ ਹਰ ਗੁਣ ਗਾਵੇ। ਅਤੇ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ ਜਿਹੜੇ ਹਰੀ ਦੇ ਜਨ ਨੇ, ਜਿਹੜੇ ਹਰੀ ਦੇ ਗੁਣ ਗਾਉਂਦੇ ਨੇ, ਜਿਨ੍ਹਾਂ ਪ੍ਰਭੂ ਨੇ ਇਹ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਨੂੰ ਆਪ ਪ੍ਰਗਟ ਹੋ ਜਾਂਦਾ ਹੈ, ਅਤੇ ਉਹ ਫਿਰ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ। ਅੱਗੇ ਫਿਰ ਮਹੱਲੇ ਚੌਥੇ ਦਾ ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਗੁਰ ਸਤਿਗੁਰ ਕਾ, ਸੱਚੇ ਗੁਰ ਦਾ ਜਿਹੜਾ ਸਿੱਖ ਹੈ, ਜਿਸ ਨੇ ਸੱਚੇ ਗੁਰ ਦੀ ਸਿੱਖ ਲਈ ਹੈ, ਉਹ ਫਿਰ ਕੀ ਕਰੇਗਾ? ਉਸ ਕੀ ਕਰਨਾ ਹੈ? ਭਲ ਕੇ ਉਠ ਹਰ ਨਾਮ ਧਿਆਵੇ। ਉਹ ਭਲ ਕੇ ਉੱਠ ਕੇ ਹਰੀ ਦੇ ਨਾਮ ਨੂੰ ਧਿਆਉਂਦਾ ਹੈ, ਕਿਉਂਕਿ ਨਾਮ ਧਿਆਉਣ ਦੇ ਵਿੱਚ ਹੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉਦਮ ਕਰਦਾ ਹੈ, ਸਵੇਰੇ ਉੱਠਦਾ ਹੈ, ਉੱਠ ਕੇ ਨਾਮ ਧਿਆਉਂਦਾ ਹੈ, ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਦਾ ਹੈ, ਕਿਉਂਕਿ ਨਾਮ ਅੰਮ੍ਰਿਤ ਸਰੋਵਰ ਹੈ, ਨਾਮ ਪ੍ਰਗਟ ਹੋ ਜਾਂਦਾ ਹੈ। ਨਾਮ ਦੇ ਵਿੱਚ ਇਸ਼ਨਾਨ ਕਰਨਾ ਅੰਮ੍ਰਿਤਸਰ ਦਾ ਇਸ਼ਨਾਨ ਹੈ, ਜਿਸ ਨੂੰ ਆਪਾਂ ਰੋਜ਼ ਮੰਗਦੇ ਅਰਦਾਸ ਦੇ ਵਿੱਚ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਉਹ ਘਰ ਬੈਠੇ ਹੀ ਆਪਾਂ ਕਰ ਲੈਂਦੇ ਹਾਂ, ਜਿਹੜਾ ਭਲ ਕੇ ਉੱਠ ਕੇ ਨਾਮ ਧਿਆਉਂਦਾ ਹੈ, ਕਿਉਂਕਿ ਨਾਮ ਦੇ ਵਿੱਚ ਨਾਮ ਹੀ ਤੀਰਥ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵੇਖ ਪਾਪ ਦੇਖ ਲੈ ਜਾਵੈ। ਫਿਰ ਜਿਹੜਾ ਉਪਦੇਸ਼ ਲਿਆ ਹੈ ਗੁਰ ਦਾ, ਹਰੀ ਨੂੰ ਕਿਵੇਂ ਜਾਪਣਾ ਹੈ, ਕਿਵੇਂ ਦੇਖਣਾ ਹੈ, ਫਿਰ ਉਹ ਦੇਖਦਾ ਹੈ। ਸਾਰੇ ਪਾਪਾਂ ਦੀ ਮੈਲ ਖਤਮ ਹੋ ਜਾਂਦੀ, ਮਨ ਨਿਰਮਲ ਹੋ ਜਾਂਦਾ ਹੈ, ਕਿਉਂਕਿ ਉਸ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾਂ ਦੀ ਮੈਲ ਉਤਰ ਜਾਂਦੀ ਹੈ, ਦੋਖ ਸਾਡੇ ਖਤਮ ਹੋ ਜਾਂਦੇ।
ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਫਿਰ ਚੜ੍ਹੇ ਦਿਵਸ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਗੁਰ ਦੀ ਬਾਣੀ ਦਾ ਗਿਆਨ ਦਿੰਦਾ ਹੈ। ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਅਤੇ ਨਾਲ ਬਹਿੰਦੇ ਉੱਠਦੇ ਹਰੀ ਦੇ ਨਾਮ ਨੂੰ ਧਿਆਉਂਦਾ ਹੈ। ਅਤੇ ਜਦੋਂ ਪ੍ਰਕਾਸ਼ ਹੋ ਜਾਂਦਾ ਹੈ, ਅੰਦਰੋਂ ਭਰਮ ਖਤਮ ਹੋ ਗਏ। ਇੱਥੇ ਦਿਨ ਚੜ੍ਹਨ ਦਾ ਮਤਲਬ ਕੀ ਹੈ? ਮਨ ਦੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਖਤਮ ਹੋ ਗਿਆ, ਭਰਮ ਖਤਮ ਹੋ ਗਿਆ। ਫਿਰ ਉਹ ਪ੍ਰਭੂ ਦੇ ਗੁਰ ਦਾ ਗਿਆਨ ਦਿੰਦਾ ਹੈ। ਬਹਿੰਦਿਆਂ ਉੱਠਦਿਆਂ ਹਰ ਸਮੇਂ ਨਾਮ ਨੂੰ ਧਿਆਉਂਦਾ, ਕਿਉਂਕਿ ਨਾਮ ਪ੍ਰਗਟ ਹੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਫਿਰ ਜੋ ਵੀ ਸਵਾਸ ਗਰਾਸ ਧਿਆਉਣਾ ਕੀ ਹੈ? ਜਿੱਥੋਂ ਸਵਾਸ ਆਉਂਦਾ ਹੈ, ਅੰਦਰ ਜਾਂਦਾ, ਬਾਹਰ ਆਉਂਦਾ, ਇੱਥੇ ਧਿਆਨ ਲਾਉਣਾ। ਇੱਥੇ ਹੀ ਹਰੀ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਹੈ। ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਅਤੇ ਜੋ ਇੱਥੇ ਧਿਆਨ ਲਾ ਕੇ ਪ੍ਰਭੂ ਨੂੰ ਧਿਆਉਂਦਾ ਹੈ, ਹਰੀ ਨੂੰ ਧਿਆਉਂਦਾ ਹੈ, ਉਹ ਫਿਰ ਉਸ ਨੂੰ ਪ੍ਰਭੂ ਨੂੰ ਪਾਉਂਦਾ ਹੈ, ਗੁਰੂ ਨੂੰ ਪਾਉਂਦਾ ਹੈ। ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਸ ਨੂੰ ਮੇਰਾ ਪ੍ਰਭੂ ਦਿਆਲੂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਉਸ ਨੂੰ ਫਿਰ ਇਹ ਉਪਦੇਸ਼ ਖਜ਼ਾਨਾ ਦਿੰਦਾ ਹੈ ਅਤੇ ਉਸ ਨੂੰ ਉਪਦੇਸ਼ ਸੁਣਾਉਂਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਅਤੇ ਸਤਿਗੁਰੂ ਸਮਝਾਉਂਦੇ ਨੇ ਕਿ ਐਸੇ ਜਨ ਦੀ ਧੂੜ ਮੰਗਣੀ ਹੈ ਜਿਹੜਾ ਆਪ ਵੀ ਜਪਦਾ ਹੈ ਅਤੇ ਦੂਜਿਆਂ ਨੂੰ ਵੀ ਜਪਾਉਂਦਾ ਹੈ। ਕਦੋਂ ਜਪਾਉਂਦਾ ਹੈ? ਜਦੋਂ ਆਪ ਪ੍ਰਭੂ ਦਇਆ ਕਰਦਾ ਹੈ, ਜਿਸ ਨੂੰ ਇਹ ਖਜ਼ਾਨਾ ਬਖਸ਼ਿਸ਼ ਕਰਦਾ। ਫਿਰ ਉਹ ਗੁਰੂ ਦਾ ਉਪਦੇਸ਼ ਅੱਗੇ ਸੁਣਾਉਂਦਾ ਹੈ। ਅੱਗੇ ਪੌੜੀ ਹੈ, ਜੋ ਤੁਧ ਸੱਚ ਧਿਆਏਂਦੇ ਸੇ ਵਿਰਲੇ ਥੋੜੇ। ਹੇ ਪ੍ਰਭੂ, ਸੱਚ ਨੂੰ ਧਿਆਉਣ ਵਾਲੇ ਜਿਹੜੇ ਤੈਨੂੰ ਧਿਆਉਂਦੇ ਨੇ, ਸੱਚ ਨੂੰ, ਬਿਰਲੇ ਨੇ, ਥੋੜੇ ਨੇ। ਜੋ ਮਨ ਚਿਤ ਇੱਕ ਅਰਾਧੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਜੋ ਇੱਕ ਮਨ ਇੱਕ ਚਿੱਤ ਹੋ ਕੇ ਅਰਾਧਦੇ ਨੇ ਸਤਿਗੁਰੂ ਨੂੰ, ਪਰਮੇਸ਼ਰ ਨੂੰ, ਨਿਰੰਕਾਰ ਨੂੰ, ਉਹਨਾਂ ਦੀ ਅਰਾਧਨ ਦੀ ਬਰਕਤ ਇਹ ਨਹੀਂ ਹੈ ਕਿ ਅਸੰਖਾਂ ਕਰੋੜਾਂ ਜੀਵ ਉਹਨਾਂ ਤੋਂ ਗੁਰ ਦਾ ਗਿਆਨ ਲੈ ਕੇ ਮੁਕਤੀ ਪ੍ਰਾਪਤ ਕਰ ਸਕਦੇ ਨੇ। ਕਿਉਂਕਿ ਉਹ ਕਿਣਕਾ ਕਿਣਕਾ ਲੈ ਕੇ ਜਿਹੜੇ ਮਨ ਵਿੱਚ ਵਸਾ ਲੈਂਦੇ ਨੇ, ਉਹਨਾਂ ਦੀ ਵੀ ਮਹਿਮਾ ਗਿਣੀ ਨਹੀਂ ਆਉਂਦੀ। ਗੁਰਮੁਖ ਕੋਟ ਆਧਾਰ ਦਾ ਦੇ ਨਾਵੈ ਏਕ ਕਣੀ। ਇਹ ਕਿਣਕਾ ਕਿਣਕਾ ਦੇ ਕੇ ਕਰੋੜਾਂ ਜੀਵਾਂ ਦਾ ਉਧਾਰ ਕਰਦਾ। ਇਸ ਕਰਕੇ ਉਹਨਾਂ ਦੇ ਕਰੋੜਾਂ ਦੀ ਵੀ ਇੱਕ ਗਿਣਤੀ ਹੈ, ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੰਨੇ ਜੀਵ ਉਹਨਾਂ ਦੀ ਬਰਕਤ ਨੂੰ ਖਾ ਸਕਦੇ ਨੇ। ਤੁਧ ਨੂੰ ਸਭ ਧਿਆਇਂਦੀ ਸੇ ਥਾਏ ਪਏ ਜੋ ਸਾਹਿਬ ਲੋੜੇ। ਉਹ ਧਿਆਉਂਦੇ ਪ੍ਰਭੂ ਨੂੰ ਨੇ ਸਾਰੇ। ਇਹ ਪ੍ਰਭੂ ਸਾਰੇ ਤੈਨੂੰ ਧਿਆਉਂਦੇ ਨੇ, ਪਰ ਥਾਏ ਉਹ ਪੈਂਦੇ ਨੇ ਜਿਹੜੇ ਤੈਨੂੰ ਲੋੜਦੇ ਨੇ, ਜਿਹੜੇ ਤੈਨੂੰ ਪਾ ਜਾਂਦੇ ਨੇ, ਜਿਹੜੇ ਤੈਨੂੰ ਲੋੜਦੇ ਨੇ। ਜੋ ਬਿਨ ਸਤਿਗੁਰ ਸੇਵੇ ਖਾਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਜਿਹੜੇ ਸਤਿਗੁਰ ਦੀ ਸੇਵਾ ਤੋਂ ਬਿਨਾਂ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਸੌਂਦੇ ਨੇ, ਖਾਂਦੇ ਨੇ, ਪਹਿਨਦੇ ਨੇ, ਉਹ ਜਿਉਂਦੇ ਹੀ ਮਰੇ ਹੋਏ ਨੇ, ਉਹ ਕੋੜੀ ਨੇ। ਕਿਉਂਕਿ ਉਹਨਾਂ ਦਾ ਮਨ ਨੂੰ ਗੁਰਬਾਣੀ ਜੀਵਤ ਵੀ ਨਹੀਂ ਕਹਿੰਦੀ, ਤੰਦਰੁਸਤ ਵੀ ਨਹੀਂ ਕਹਿੰਦੀ, ਨਿਰਮਲ ਵੀ ਨਹੀਂ ਕਹਿੰਦੀ। ਉਹ ਕੋੜੀ ਨੇ, ਕੋੜੀ ਹੀ ਜੰਮੇ ਨੇ, ਇਸ ਕਰਕੇ ਮੂਇਆਂ ਦੇ ਬਰਾਬਰ ਨੇ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੈ ਮੁਖ ਖੋਲੇ। ਉਹ ਐਸੇ ਜੀਵ ਨੇ, ਉੱਦਾਂ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਨਗੇ ਮੌਕੇ 'ਤੇ, ਪਰ ਅੰਦਰੋਂ ਵਿਸ ਬੋਲਦੇ ਨੇ। ਕਿਉਂਕਿ ਉਹ ਪ੍ਰਭੂ ਦੀ ਸਿਫਤ ਸਲਾਹ ਨਹੀਂ ਸੁਣ ਸਕਦੇ, ਉਹ ਗਿਆਨ ਨਹੀਂ ਲੈ ਸਕਦੇ, ਉਹਨਾਂ ਨੂੰ ਇਹ ਨਹੀਂ ਪਾਉਂਦਾ। ਉੱਪਰੋਂ ਮੁੱਖੋਂ ਨਹੀਂ ਕਹਿੰਦੇ, ਲੇਕਿਨ ਅੰਦਰ ਦੁਖੀ ਹੁੰਦੇ ਨੇ, ਅੰਦਰ ਵਿਸ ਬੋਲਦੇ ਨੇ। ਮਨ ਖੋਟੇ ਦਏ ਵਿਛੋੜੇ,
ਐਸੇ ਜੀਵਾਂ ਨੂੰ ਜਿਨ੍ਹਾਂ ਦੇ ਮਨ ਖੋਟੇ ਨੇ, ਜਿਹੜੇ ਇੱਦਾਂ ਕਰਦੇ ਨੇ, ਉਹਨਾਂ ਨੂੰ ਪ੍ਰਭੂ ਵਿਛੋੜ ਦਿੰਦਾ ਹੈ। ਕਿਉਂਕਿ ਜੋ ਗੁਰੂ ਦਾ ਗਿਆਨ ਲੈ ਕੇ ਜਿਨ੍ਹਾਂ ਨੂੰ ਪਾਉਂਦਾ ਨਹੀਂ ਹੈ, ਜਿਨ੍ਹਾਂ ਨੂੰ ਸਤਿਗੁਰੂ ਦਾ ਆਖਿਆ ਸਿਖਾਉਂਦਾ ਨਹੀਂ ਹੈ, ਉਹ ਪ੍ਰਭੂ ਨੂੰ ਨਹੀਂ ਪਾਉਂਦੇ। ਜਿਹੜੇ ਬਚਨ ਨੂੰ ਨਹੀਂ ਮੰਨਦੇ, ਉਹ ਪ੍ਰਭੂ ਨੂੰ ਨਹੀਂ ਪਾਉਂਦੇ, ਉਹ ਵਿਛੜ ਜਾਂਦੇ ਨੇ। ਆਓ ਹੁਣ ਆਪਾਂ ਅਭਿਆਸ ਕਰੀਏ ਨਾਲ ਨਾਲ, ਤਾਂ ਕਿ ਆਪਾਂ ਚੰਗੀ ਤਰ੍ਹਾਂ ਸਮਝ ਸਕੀਏ। ਕਿਉਂਕਿ ਜੇ ਆਪਾਂ ਹੁਣ ਹੋਰ ਸ਼ਬਦ ਸ਼ੁਰੂ ਕਰ ਲਿਆ ਫਿਰ ਆਪਾਂ ਲੇਟ ਹੋ ਜਾਵਾਂਗੇ, ਥੋੜ੍ਹਾ ਸਮਾਂ ਰਹਿ ਜਾਂਦਾ ਹੈ ਅਭਿਆਸ ਨੂੰ। ਸੋ ਆਓ ਹੁਣ ਆਪਾਂ ਸਮਝਣਾ ਹੈ ਕਿ ਧਿਆਉਣਾ ਕਿਵੇਂ ਹੈ। ਭਾਵ ਕਰਨਾ ਹੈ, ਸੁਣ ਕੇ ਮੰਨ ਕੇ ਭਾਵ ਕਰਨਾ ਹੈ, ਜਿਸ ਦੇ ਨਾਲ ਸਾਨੂੰ ਪਾਰ ਬ੍ਰਹਮ ਨਜ਼ਰੀ ਆਉਣਾ ਸ਼ੁਰੂ ਹੋ ਜਾਏਗਾ। ਪਹਿਲਾ ਨਾਮ, ਫਿਰ ਆਪੇ ਦੀ ਪਹਿਚਾਣ, ਫਿਰ ਆਤਮ ਤੇ ਫਿਰ ਪਰਮਾਤਮਾ। ਆਪੇ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਅਸੀਂ ਕਿਸ ਅਵਸਥਾ ਦੇ ਵਿੱਚ ਹਾਂ। ਕਿਉਂਕਿ ਇੱਥੇ ਕਹਿਣ ਨੂੰ ਨਹੀਂ ਹੈ, ਜਿਉਂ ਜਿਉਂ ਆਪਾਂ ਚੱਲਾਂਗੇ ਆਪਣੇ ਆਪ ਸਾਨੂੰ ਇਹ ਪਤਾ ਚੱਲੀ ਜਾਂਦਾ ਹੈ ਕਿ ਕਿਸ ਅਵਸਥਾ ਦੇ ਵਿੱਚ ਅਸੀਂ ਵਿਚਰਦੇ ਹਾਂ, ਕਿੰਨਾ ਪ੍ਰਭੂ ਸਾਨੂੰ ਪਿਆਰ ਕਰਦਾ ਹੈ। ਸੋ ਕਿਵੇਂ ਕਰਨਾ ਹੈ? ਆਪਾਂ ਨੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਧਿਆਉਣਾ ਹੈ। ਮਨ ਸਾਡਾ ਨੇਤਰਾਂ ਦੇ ਵਿੱਚ ਹੈ, ਸਾਰਿਆਂ ਦਾ। ਨੇਤਰ ਦੋ ਨੇ, ਦੋ ਜੋਤਾਂ ਨੇ। ਜਦ ਤੱਕ ਇੱਕ ਨਹੀਂ ਹੁੰਦਾ, ਇਹ ਹਉਮੈ ਦੇ ਵਿੱਚ ਅਸਥੂਲ ਹੈ। ਇਸ ਦੀ ਹਉਮੈ ਖਤਮ ਨਹੀਂ ਹੁੰਦੀ ਜਿੰਨੀ ਦੇਰ ਦੋ ਜੋਤਾਂ ਵਿੱਚ ਹੈ। ਕਿਉਂਕਿ ਇੱਕ ਹੋ ਕੇ ਹੀ ਇਸ ਨੇ ਹਉਮੈ ਤੋਂ ਰਹਿਤ ਹੋਣਾ ਹੈ। ਔਰ ਇਸ ਵਾਸਤੇ ਆਪਾਂ ਪਹਿਲਾਂ ਪਰਖ ਕਰਨੀ ਹੁੰਦੀ ਹੈ ਕਿ ਅਸੀਂ ਕਿਸ ਅਵਸਥਾ ਦੇ ਵਿੱਚ ਹਾਂ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਇੱਥੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ ਕਿ ਇੱਥੇ ਧਿਆਨ ਲਾਉਣ ਦੇ ਨਾਲ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਹੈ, ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਕਿਉਂਕਿ ਜੇ ਇੱਕ ਦ੍ਰਿਸ਼ਟ ਹੋਵਾਂਗੇ ਨੱਕ ਨਹੀਂ ਦਿਸੇਗਾ, ਜੇ ਦੋ ਦ੍ਰਿਸ਼ਟ ਹਾਂ ਫਿਰ ਨੱਕ ਦਿਸੇਗਾ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਦਿਸਦਾ ਹੈ, ਖੱਬੇ ਦਿਸਦਾ ਹੈ, ਦੋਨਾਂ ਪਾਸੇ ਤੋਂ ਵਿਚਾਲੇ ਦਿਸਦਾ ਹੈ। ਇੰਨਾ ਆਪਣੇ ਆਪ ਨੂੰ ਪਰਖਣਾ ਹੈ। ਉਸ ਤੋਂ ਬਾਅਦ ਫਿਰ ਵਿਸ਼ਵਾਸ ਦੇ ਨਾਲ ਆਪਾਂ ਅੱਗੇ ਧਿਆਨ ਲਗਾਵਾਂਗੇ। ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ। ਪਹਿਲਾਂ ਇਸ ਪੁਆਇੰਟ 'ਤੇ ਆਪਣੇ ਆਪ ਨੂੰ ਪਰਖਾਂਗੇ ਇਹਦਾ, ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਥੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜਿਸ ਨੂੰ ਪਹਿਲਾਂ ਨੱਕ ਨਜ਼ਰ ਆਉਂਦਾ ਸੀ, ਉਸਨੇ ਦੇਖਣਾ ਹੈ ਦੁਬਾਰਾ ਵਾਪਸ ਆ ਕੇ ਕਿ ਇੱਕ ਦ੍ਰਿਸ਼ਟ ਹੋ ਗਿਆ। ਜੇ ਇੱਕ ਦ੍ਰਿਸ਼ਟ ਹੋ ਗਿਆ, ਉਸਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਜੇ ਹਲਕਾ ਹਲਕਾ ਇੱਕ ਪਰਛਾਈ ਦੀ ਤਰ੍ਹਾਂ ਖੱਬੇ ਪਾਸੇ ਨਜ਼ਰ ਆ ਸਕਦਾ ਹੈ, ਲੇਕਿਨ ਸੱਜੇ ਨਹੀਂ। ਸੋ ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੋ, ਪਰਖੋ ਥੋੜ੍ਹਾ।
ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। फिर सामने ले आइए। फिर नक ते सम करके देखिए, अपने आप देखिए। जे को नवा जीव कोई जे पहला नक नज़र आउंदा सी, उसने हुण देखना है कि एक दृष्ट हो गया, नक नज़र आउणों हट गया, क्योंकि फिर ही साडा ध्यान की अवस्था चलती है जदों असीं एक दृष्ट हो जाते हाँ। नीचे लै जाओ ध्यान। हम नीचे जो भी थले आप बैठे हैं, जिथे थले जो विछया है, या फर्श है, चादर है, उस तो थोड़ा ऊपर आप देखना है। इत्थे सानू प्रकाश अनुभव होएगा, जिमें सरोवर दे विच जल दीयां लहरां ने, इदां इत्थे प्रकाश की हलचल अनुभव होनी शुरू होएगी।
फिर सम करके देखिए अपने आप ਨੂੰ। फिर नीचे ले जाओ ध्यान। फिर सम करके देखिए अपने आप। फिर नीचे ले जाओ ध्यान।
सामने लेके आइए ध्यान। मस्तक दे सामने लै जाओ, पलका उत्ते चुक दो। फिर सामने लेके आइए। नीचे लाओ ध्यान।
ਔਰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ, ਨੇੜੇ ਦੇਖਣਾ ਹੈ। ਜੇ ਆਪਾਂ ਪੂਰੇ ਵਿਸ਼ਵਾਸ ਦੇ ਨਾਲ ਪਿਆਰ ਕਰਾਂਗੇ, ਅਭਿਆਸ ਕਰਾਂਗੇ, ਤੇ ਫਿਰ ਸਾਨੂੰ ਕਿਰਪਾ ਕਰਦਾ ਹੈ ਕਿ ਸਾਨੂੰ ਸਾਰੇ ਪਾਸੇ ਪਾਰ ਬ੍ਰਹਮ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਅਸੀਂ ਸਿਰਫ ਸੁਣ ਤੱਕ ਸੀਮਤ ਹਾਂ, ਵਿਸ਼ਵਾਸ ਨਹੀਂ ਕਰਦੇ, ਪਿਆਰ ਨਹੀਂ ਕਰਦੇ, ਫਿਰ ਸਾਨੂੰ ਦਰਸ਼ਨ ਨਹੀਂ ਹੁੰਦੇ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਪ੍ਰੀਤ ਪਾਉਣ ਦੀ। ਮਨ ਦੇ ਵਿੱਚ ਕੋਈ ਵੀ ਇੱਛਾ ਨਹੀਂ ਰੱਖਣੀ, ਬਸ ਇੱਕ ਪਰਮੇਸ਼ਰ ਦੀ ਇੱਛਾ, ਉਸ ਦੇ ਨਾਮ ਦੀ ਇੱਛਾ ਰੱਖਣੀ ਹੈ, ਤੇ ਇਸੇ ਇੱਛਾ ਨੂੰ ਲੈ ਕੇ ਆਪਾਂ ਦਰ 'ਤੇ ਬੈਠਣਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।